जब तुसीं नहीं मननी गल खत्म होई। फिर पढ़ना कित्थों है? सिक्खी शुरू कित्थों होनी सी? खड़ो तो सही, एक गल ते खड़ जाओ, खड़ी किते नहीं असीं तां। ये सारी खेड परमेश्वर दी है। जिन्ने जीव ने ये नरदा तो सिवा कुछ नहीं है। जी जिन सब सारी कीते ये सारी ने हाथ किसे दे कुछ नहीं, सब चले चलाए नरदा चलाए ते चलदी है। नरदा नूं आपां आपे चलाउणे आ, कावे चलदियां ने। जदों शतरंज खेलदे आ वो चलाए ते चलदियां ने। कहाँ चलाए ते चलदियां इवें चले चलाए, वो भी ਉਹੀ ਗੱਲ है, आ भी ਉਹੀ ਗੱਲ है। ਇਹ 'ਚ ਕੀ ਫਰਕ ਹੈ ਦੋਹਾਂ ਦੇ ਵਿੱਚ? ਜੇ ਚੱਲੇ ਚਲਾਏ ਆ ਗਿਆ ਉਹ ਚਾਹ ਕੇ ਰੱਖਦੇ ਆ ਤਾਂ ਨਹੀਂ ਕਰ ਕਿਤੇ ਤਾਂ ਹੀ ਅੱਗੇ ਜਾਂਦੇ, ਤੁਰਦੀਆਂ। ਤਾਂ ਹੀ ਅੱਗੇ ਤੁਰਦੀਆਂ ਨੇ ਨਾ। ਇਹ ਵੀ ਅਸੀਂ ਅੱਗੇ ਤੁਰਦੇ ਆ, ਜਨਤਾ ਅੱਗੇ ਬਸ ਕੁਛ ਨਹੀਂ, ਇਹਨਾਂ ਦਾ ਕੀ ਬਸ ਹੈ? ਸਭ ਚੱਲੇ ਚਲਾਏ। ਸਭ ਚੱਲੇ ਚਲਾਏ, ਇਹਦਾ ਚਲਾਏ ਚੱਲਦੇ ਨੇ। ਚੌਪੜ ਖੇਲਣ ਵਾਲਾ ਹੋ ਹਾਂ ਉਹ ਦੇਖਦਾ ਉਹਦਾ ਪੈਦਾ ਕੀਤਾ ਹੋਇਆ ਸੱਚ ਖਤਮ ਕੀਤਾ ਨਾ ਇਹਨਾਂ ਨੇ। ਉਹਨੂੰ ਨਹੀਂ ਪਤਾ ਪੈਦਾ ਕਿਹਨੇ ਕੀਤਾ ਸੀ। ਪ੍ਰਗਟਿਓ ਖਾਲਸਾ परमात्मा की मौज ਪਰਮਾਤਮਾ ਦੀ ਮੌਜ, ਉਹਦੀ ਮਰਜ਼ੀ ਸੀ ਤਾਂ ਪ੍ਰਗਟ ਹੋਇਆ ਸੀ। ਇਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ। ਹੁਣ ਸ਼ਰੀਕਤ ਤਾਂ ਉਹਦੇ ਨਾਲ ਹੈ, ਸਾਡੇ ਨਾਲ ਤਾਂ ਹੈ ਨਹੀਂ। ਖਾਲਸੇ ਨਾਲ ਕੋਈ ਸ਼ਰੀਕਤ ਨਹੀਂ, ਕਿਸੇ ਗੁਰੂ ਨਾਲ ਕੋਈ ਸ਼ਰੀਕਤ ਨਹੀਂ, ਕਿਸੇ ਭਗਤ ਨਾਲ ਕੋਈ ਸ਼ਰੀਕਤ ਨਹੀਂ। ਸ਼ਰੀਕਤ ਪਰਮੇਸ਼ਰ ਨਾਲ ਹੈ। ਇੱਕ ਪਾਸੇ ਪਰਮੇਸ਼ਰ ਹੈ, ਉਹ ਕਹਿੰਦਾ ਮੈਂ ਸੱਚ ਪੈਦਾ ਕਰਨਾ। ਇੱਕ ਪਾਸੇ ਕੂੜ ਹੈ, ਪਖੰਡਵਾਦ ਹੈ, ਉਹ ਕਹਿੰਦਾ ਮੈਂ ਸੱਚ ਪੈਦਾ ਨਹੀਂ ਹੋਣ ਦੇਣਾ। ਇਹੀ ਪ੍ਰਬੋਧ ਚੰਦਰ ਨਾਟਕ ਹੈ। ਪ੍ਰਬੋਧ ਚੰਦਰ ਨਾਟਕ ਇਹੀ ਹੈ। ਮਹਾਮੋਹ ਹੈ, ਉਹ ਕਹਿੰਦਾ ਮੈਂ ਖਤਮ ਹੋ ਜੂ, ਮੇਰਾ ਪਰਿਵਾਰ ਖਤਮ ਹੋ ਜੂ, ਔਗਣਾਂ ਦੀ ਫੌਜ ਹੈ ਮੇਰੇ ਨਾਲ, ਸਾਰੇ ਖਤਮ ਹੋ ਜਾਣਗੇ, ਸਾਰੇ ਮਾਰੇ ਜਾਣਗੇ, ਕਿਸੇ ਹਿਰਦੇ 'ਚ ਮੈਨੂੰ ਜਗ੍ਹਾ ਨਹੀਂ ਮਿਲਣੀ। ਹੁਣ ਗੁਣ ਤੰਗ ਨੇ, ਫਿਰ ਔਗਣ ਤੰਗ ਹੋ ਜਾਣਗੇ। ਔਗਣ ਹਾਰਿਆਂ ਦਾ ਜ਼ੋਰ ਹੋ ਗਿਆ, ਗੁਣਵੰਤੇ ਥੋੜੇ ਰਹਿ ਗਏ, ਔਗਣ ਫਿਰ ਉੱਤੇ ਆ ਗਏ ਨਾ ਉੱਤੇ। ਰਾਜ ਕਰੇਗਾ ਖਾਲਸਾ ਦੇ ਨਾਲ, ਸਾਰੇ ਔਗਣ ਉੱਤੇ ਆ ਗਏ। ਔਗਣ ਹਾਰੇ ਸਾਰੇ ਜਾਵੜੇ, ਔਗਣ ਹਾਰੇ ਸਾਰੇ ਸਿੱਖ ਬਣ ਗਏ। ਜਿਹੜੇ ਗੁਰੂ ਘਰ ਨੇ ਨੇੜੇ ਨਹੀਂ ਲੱਗਣ ਦਿੱਤੇ, ਨੇੜੇ ਨਹੀਂ ਲੱਗੇ ਨਾ ਉਦੋਂ ਰਣਜੀਤ ਸਿੰਘ ਦੇ ਜ਼ਮਾਨੇ ਸਾਰੇ ਸਿੱਖ ਬਣ ਗਏ। ਦਰਵਾਜ਼ਾ ਜੋ ਖੋਲ੍ਹਤਾ ਲੋਭੀਆਂ ਵਾਸਤੇ। ਜਿਹੜਾ ਪਹਿਲਾਂ ਸੀ ਨਾ ਮੋਟੋ ਲੱਗਿਆ ਲੋਭੀ ਕਾ ਵਸਾ ਨਾ ਕੀਜੈ, ਉਹ ਮੋਟੋ ਹਟਾਤਾ। ਸਮਝਿਆ ਨਹੀਂ? ਉਹ ਲਿਖਦਾ ਵੀ ਜਿਹੜਾ ਵੱਡਾ ਲੋਭੀ ਆ ਉਹ VIP ਹੈ, ਉਹ ਲਿਖਦਾ। ਉਹ ਜਿਹੜੇ ਦੂਏ ਸੀਗੇ ਉਹ ਗੁੱਠੇ ਲੱਗ ਗਏ, ਥੋੜੇ ਜਿਹੇ ਰਹਿ ਗਏ। ਉਹ ਕਹਿੰਦੇ ਤਨਖਾਹ ਵੀ ਨਹੀਂ ਲੈਣੀ, ਰਜਿਸਟਰ 'ਚ ਨਾਮ ਨਹੀਂ ਲਿਖਾਉਣਾ, ਨੌਕਰੀ ਵੀ ਨਹੀਂ ਕਰਨੀ, ਕੰਮ ਵੀ ਪੰਥ ਦਾ ਕਰਨਾ, ਕਰਨਾ ਵੀ ਫਰੀ ਹੈ। ਗੁਰੂ ਤੋਂ ਲੈਣਾ। ਜਿਹੜਾ ਸਾਡੇ ਹੱਥ ਲੱਗ ਗਿਆ ਦੁਸ਼ਮਣ ਦਾ, ਲੋਕੇ ਲੁੱਟੇ ਨੇ ਉਹਨਾਂ ਨੇ, ਉਹ ਅਸੀਂ ਦੇਣਾ ਨਹੀਂ ਕਿਸੇ ਨੂੰ। ਰਣਜੀਤ ਸਿੰਘ ਨੂੰ ਵੀ ਨਹੀਂ ਦੇਣਾ, ਅਸੀਂ ਉਹਨੂੰ ਰਾਜਾ ਨਹੀਂ ਮੰਨਦੇ। ਆਜ਼ਾਦ ਫੌਜ ਆ ਸਾਡੀ, ਉਹ ਦਿੰਦੇ ਵੀ ਨਹੀਂ ਸੀ, ਨਾ ਇਹਨੂੰ ਕੋਈ ਪੁੱਛਦਾ ਸੀ। ਬਾਕੀ ਸਰਦਾਰਾਂ ਨੂੰ ਸਾਰਾ ਜਮ੍ਹਾਂ ਕਰਾਉਣਾ ਪੈਂਦਾ ਸੀ ਜੇ ਕੋਈ ਹੱਥੋਂ ਲੱਗੇ ਸਰਕਾਰ ਦੇ ਖਜ਼ਾਨੇ 'ਚ। ਖਾਲਸਾ ਨਹੀਂ ਸੀ ਕਰਾਉਂਦਾ, ਉਹਦੇ ਨਾਲ ਗੁਜ਼ਾਰਾ ਆਪਣਾ ਚੱਲਦਾ ਸੀ ਇਹਨਾਂ ਦਾ। ਉਹਨਾਂ ਦਾ ਕਾਨੂੰਨ ਮੰਨਿਆ ਨਹੀਂ, ਆਪਣਾ ਛੱਡਿਆ ਨਹੀਂ। ਉਹ ਫੌਜ ਮਨਮੁਖਾਂ ਦੀ ਅੱਡ ਸੀ, ਗੁਰਮੁਖਾਂ ਦੀ ਫੌਜ ਅੱਡ ਸੀ। ਜਿੱਥੇ ਮੋਰਚਾ ਅੜ ਜਾਂਦਾ ਸੀ ਉਹਨਾਂ ਦਾ ਨਹੀਂ ਸਾਰਾ ਹੁੰਦਾ ਸੀ, ਉੱਥੇ ਫਿਰ ਇਹਨੂੰ ਸੱਦਦੇ ਸੀ ਬਿਨਾਂ ਤਨਖਾਹ। ਇਹ ਗੁਰੂ ਦੇ ਨਾਂ 'ਤੇ ਲੜਨ ਵਾਲੇ ਸੀ,
ਉਹ ਪੈਸੇ ਦੇ ਖਾਤਰ ਲੜਨ ਵਾਲੇ ਸੀ, ਤਨਖਾਹਦਾਰ ਸੀ। ਉਹ ਜਿਹੜੇ ਘਰ ਦੇ ਕੰਮ ਕਰਦੇ ਨੇ ਉਹ ਤਨਖਾਹਦਾਰ ਕਦੋਂ ਕਰਦੇ ਨੇ? ਉਹ ਤਾਂ ਕਰਦੇ ਸੀਗੇ, ਉਹ ਤਨਖਾਹਦਾਰ ਸੀ। ਨੌਕਰ ਰੋਜ਼ ਆਲੇ ਦੁਆਲੇ ਫਸਲ ਤੇ ਫਰੀ ਜਾਣ, ਪਰ ਜੇ ਘਰ ਦਾ ਜਾਂਦਾ ਨਾ ਤਾਂ ਫਸਲ ਨੂੰ ਪਛਾਣ ਹੁੰਦੀ ਹੈ ਵੀ ਇਹ ਮਾਲਕ ਹੈ, ਜਾਂ ਉਹ ਗੇੜਾ ਮਾਰ ਕੇ ਮੁੜਿਆ ਵੇ, ਉਹਦੀ ਨਿਗਾਹ ਹੀ ਪਛਾਣਦੀ ਹੈ ਫਸਲ। ਪਸ਼ੂ ਵੀ ਨਿਗਾਹ ਪਛਾਣਦਾ, ਕੁੱਤਾ ਵੀ ਨਿਗਾਹ ਪਛਾਣਦਾ। ਨੌਕਰ ਹੋਵੇ ਤੁਹਾਡਾ, ਕੁੱਤੇ ਨੂੰ ਲਈ ਫਿਰੇ ਚਾਹੇ, ਪਰ ਮਾਲਕ ਮਾਲਕ ਹੁੰਦਾ, ਨੌਕਰ ਨੌਕਰ ਹੁੰਦਾ। ਨੌਕਰ ਦਾ ਕੁੱਤੇ ਦਾ ਉਹਨੂੰ ਦਾ ਪੀ ਲੂਗਾ, ਜੇ ਇਕੱਲਾ ਹੋਵੇ ਮਾਲਕ ਦਾ ਦਿੱਤਾ ਦੁੱਧ ਵੀ ਪੂਰਾ ਨਹੀਂ ਦਿੰਦਾ, ਮਾਲਕ ਥੋੜੀ ਕਰ ਲੂ। ਉਹ ਕਰਦੇ ਸੀ, ਉਹਨਾਂ ਪੂਰਾ ਫਿਰ ਕਿਹਨੇ ਖੜਨਾ ਸੀ? ਜਿਹੜਾ ਕਿਲਾ ਟੁੱਟਦਾ ਨਹੀਂ ਸੀ, ਫਤਿਹ ਅਕਾਲੀ ਫੂਲ ਉਸ ਨੂੰ ਭੇਜਿਆ, ਟੁੱਟ ਗਿਆ ਨਾ ਕਿਲਾ, ਅਟਕ ਚੜਿਆ ਹੋਇਆ। ਉਹ ਕਹਿੰਦੇ ਜੀ ਹੁਣ ਪਹਿਲਾਂ ਅਰਦਾਸ ਕਰਾਤੀ, ਫਿਰ ਕਹਿੰਦੇ ਰਹਿਣ ਦਿਓ, ਕਹਿੰਦੇ ਅਰਦਾਸ ਕਰਕੇ ਰਹਿਣ ਦਿਓ। ਬੇਈਮਾਨਾ ਕਾਣਿਆ ਅਟਕ ਹੀ ਹੁੰਦਾ। ਇਹ ਦਰਿਆ ਰੋਕ ਨੂੰ ਖਾਲਸੇ ਨੂੰ, ਜੇ ਪਰਮੇਸ਼ਰ ਚਾਹੁੰਦਾ ਹੈ, ਜਾਣ ਕੇ ਉਹਨੇ ਦਰਿਆ ਚੜਾਇਆ, ਪਾਣੀ ਪਾਇਆ, ਇਹੀ ਚਾਹੁੰਦਾ ਹੁਣ ਚੱਲੂਗਾ। ਪਾਰ ਵੀ ਕਰ ਗਏ, ਕਿਲਾ ਵੀ ਤੋੜ ਲਿਆ। ਚਲ ਸਮਾਂ ਸੀ, ਸ਼ਹੀਦੀ ਤਾਂ ਉਹਦੇ ਹੱਥ 'ਚ ਹੈ, ਜਮਨਾ ਮਰਨ ਤਾਂ ਉਹਦਾ ਤਾਂ ਕੋਈ ਰੌਲਾ ਨਹੀਂ। ਇਹ ਹਕੀਕਤ ਸੀ। ਸਰਦਾਰੀਆਂ ਕਿਹਨੇ ਲਈਆਂ? ਘਰਦਿਆਂ ਨੇ ਨਹੀਂ ਲਈਆਂ, ਨੌਕਰਾਂ ਨੇ ਲਈਆਂ। ਘਰਦਿਆਂ ਨੂੰ ਮਿਲੀਆਂ ਸਰਦਾਰੀਆਂ ਦਰਗਾਹ 'ਚ, ਨੌਕਰਾਂ ਨੂੰ ਮਿਲੀਆਂ ਇੱਥੇ ਮਾਇਆ 'ਚ। ਉਹਨਾਂ ਦੀਆਂ ਤਾਂ ਦਰਗਾਹ ਸੀ ਸਰਦਾਰੀ, ਇੱਥੇ ਉਹਨਾਂ ਨੇ ਕਰਨੀਆਂ ਸੀ ਝੂਠੀਆਂ। ਝੂਠੀਆਂ ਲਈਆਂ ਝੂਠਿਆਂ ਨੇ, ਸੱਚੀਆਂ ਲਈਆਂ ਸੱਚਿਆਂ ਨੇ। ਸੱਚੀਆਂ ਸਰਦਾਰੀਆਂ ਦਾ ਨਾਂ ਚੱਲਦਾ, ਝੂਠੀਆਂ ਦਾ ਖਤਮ ਹੋ ਗਿਆ। ਬੈ ਲੜਾਈ ਸੱਚ ਝੂਠ ਦੀ ਹੈ, ਝੂਠ ਦੀ ਉਮਰ ਥੋੜੀ ਹੁੰਦੀ ਹੈ। ਰਣਜੀਤ ਸਿੰਘ ਦੀ ਬੱਲੇ ਬੱਲੇ ਬੜੀ ਹੋਈ, ਖਤਮ ਹੋ ਗਈ। ਅਕਾਲੀ ਫੂਲਾ ਸਿੰਘ ਦੀ ਹੋਈ ਹੈ, ਉਦੋਂ ਘੱਟ ਸੀ, ਹੁਣ ਜ਼ਿਆਦਾ। ਉਦੋਂ ਦੱਬੀ ਆਵਾਜ਼ ਦੇ ਵਿੱਚ ਵਿਰੋਧ ਵੀ ਸੀ ਨਾਲ। ਰਣਜੀਤ ਸਿੰਘ ਦੀ ਬੱਲੇ ਬੱਲੇ ਜ਼ਿਆਦਾ ਸੀ ਨਾ, ਦਬੀ ਹੋਈ ਸੀ ਆਵਾਜ਼। ਢੋਲ ਉਹਦਾ ਜ਼ਿਆਦਾ ਵੱਜਦਾ ਸੀ ਨਾ, ਹੁਣ ਢੋਲ ਬੰਦ ਹੋ ਗਿਆ, ਉਹਨੂੰ ਥੋੜੀ ਆਵਾਜ਼ ਵੀ ਬੜੀ ਲੱਗਦੀ ਹੈ। ਢੋਲ ਟਿਕ ਗਿਆ ਨਾ, ਉਹ ਜਿਹੜਾ ਢੋਲ ਵੱਜਦਾ ਸੀ ਨਾ, ਉਹ ਟਿਕ ਗਿਆ। ਫਿਰ ਰਣਜੀਤ ਸਿੰਘ ਨੇ ਜੋ ਵੀ ਕੁਛ ਲਿਖਾਇਆ ਸੀ, ਜੋ ਵੀ ਕੁਛ ਕੀਤਾ ਸੀ, ਸਭ ਨੰਗਾ ਸੱਚ ਪ੍ਰਗਟ ਹੋ ਗਿਆ। ਮੂਰਤੀਆਂ ਗੁਰਦੁਆਰੇ 'ਚ ਰਖਾਈਆਂ ਕੀ ਨੇ? ਸਵਾਲ ਇਹ ਹੈ, ਕਦੋਂ ਆਈਆਂ? ਸਾਬਤ ਹੋ ਗਿਆ ਵੀ ਉਹਦੇ ਰਾਜ 'ਚ ਆਈਆਂ ਮੂਰਤੀਆਂ। ਪਰਿਕਰਮਾ 'ਚ ਮੂਰਤੀਆਂ ਕਦ ਆਈਆਂ? ਚਕਾਈਆਂ ਤਾਂ ਅਸੀਂ ਹੁਣ ਕਹਿੰਦੇ ਹਾਂ ਵੀ ਚੱਕਣੀਆਂ ਚਾਹੀਦੀਆਂ ਸੀ। ਹੁਣ ਅਸੀਂ ਕਹਿੰਦੇ ਹਾਂ ਵੀ ਇਤਿਹਾਸ ਵਿੱਚ ਵੀ ਜਿਹੜਾ ਪੱਥਰ ਪੂਜਾ ਦਾ ਸੰਕਲਪ ਵਿੱਚ ਹੈ, ਗੁਰਦਾਸ ਦੇ ਰੋਂ ਜਿਹੜੀਆਂ 12 ਨੇ ਇਹਨਾਂ ਦੇ ਵਿੱਚ ਹੈ, ਇਹ ਕੱਢਣਾ ਚਾਹੀਦਾ ਹੈ। ਟੀਕਿਆਂ 'ਚ ਵੀ ਜੋ ਕੁਛ ਹੈ ਉਹ ਵੀ ਸੁਧਾਰ ਹੋਣਾ ਚਾਹੀਦਾ। ਹੁਣ ਇਹ ਰੌਲਾ ਇਸੇ ਗੱਲ ਦਾ ਨਾ, ਇਹ ਕਦੋਂ ਤੋਂ ਪਿਆ? ਸਵਾਲ ਇਹ ਕਿਉਂ ਪਿਆ? ਸਾਡਾ ਤਾਂ ਇੱਥੇ ਰਾਜ ਵੀ ਹੋ ਗਿਆ ਸੀ, 150 ਸਾਲ ਦਾ ਹੀ ਰਾਜ ਗਿਆ। 200 ਮੰਨ ਲੈਂਦੇ ਹਾਂ, ਹੁਣ 47 'ਚ 100 ਸਾਲ ਹੋ ਗਿਆ ਸੀ। ਹਾਂ, 150 ਸਾਲ ਹੋ ਗਿਆ, 150 ਤੇ ਕੁਝ ਜ਼ਿਆਦਾ ਹੋ ਗਿਆ। 1847 'ਚ ਗਿਆ, 1947 'ਚ 100 ਸਾਲ ਹੋ ਗਿਆ। 60 ਸਾਲ 60 ਸਾਲ ਹੋ ਗਏ। ਤੇ ਇੰਨਾ ਚਿਰ ਦੇ ਵਿੱਚ ਹੀ, ਇਹ ਤਾਂ 2 ਪੁਸ਼ਤਾਂ ਦੀ ਉਹ ਗੱਲ ਹੈ। 100 ਸਾਲ ਦੇ ਤਾਂ ਬੰਦੇ ਬੈਠੇ ਹੋਣੇ ਨੇ, ਕਈ 90 ਸਾਲ ਦੇ। ਇਹ ਕਦੋਂ ਤੋਂ ਹੋਇਆ ਇਹ ਗੜਬੜ? ਇਹ ਪ੍ਰਚਾਰ ਕਦੋਂ ਤੋਂ ਹੋਇਆ? ਇਹ ਕਿਉਂ ਹੋਇਆ? ਜਿਹੜਾ ਅੱਜ ਸਾਨੂੰ ਗਲਤ ਲੱਗਦਾ, ਉਹਨਾਂ ਨੂੰ ਗਲਤ ਕਿਉਂ ਨਾ ਲੱਗਿਆ?
ਇਹ ਗ੍ਰੰਥ ਕਿਵੇਂ ਲਿਖਿਆ ਗਿਆ ਉਹਨਾਂ ਦੇ ਰਾਜ ਵਿੱਚ, ਉਹਨਾਂ ਨੇ ਖਰਚਾ ਦਿੱਤਾ। ਸੰਤੋਖ ਸਿੰਘ ਨੂੰ ਕਿਹਨੇ ਖਰਚਾ ਦਿੱਤਾ? ਮਿਸਲਾਂ ਵਾਲਿਆਂ ਨੇ ਦਿੱਤਾ ਨਾ। ਬੂੜੀਏ ਬੈਠਾ ਲਿਖਦਾ ਰਿਹਾ, ਜੀਦ ਲਿਖਦਾ ਰਿਹਾ, ਉਹਨਾਂ ਨੇ ਦਿੱਤਾ ਨਾ। ਕੀ ਲਿਖਾਇਆ ਉਹਨਾਂ ਨੇ? ਜਿਹੜੇ ਅੱਜ 25 30 ਪੰਨੇ ਥੱਲ ਦਿੰਦੇ ਹੋ ਵੀ ਇਹ ਨਹੀਂ ਪੜ੍ਹੇ ਵਾਲੇ, ਇਹ ਲਿਖਾਇਆ ਨਾ। ਸੂਰਜ ਪ੍ਰਕਾਸ਼ ਵਾਲੇ ਕਿਉਂ ਲਿਖਾਇਆ? ਖੋਟ ਰਲੀ ਸੀ। ਵੱਡੇ ਘੱਲੂਘਾਰੇ ਨੂੰ ਜਿਹਨੂੰ ਕਹਿੰਦੇ ਹੋ, ਉਹ ਵੀ ਕੀ ਹੈ? ਉਹ ਨਿਹੰਗ ਸਿੰਘ ਕਹਿ ਰਿਹਾ ਉੱਠ ਕੇ, ਜਿਹੜਾ ਜ਼ਖਮੀ ਕਹਿੰਦਾ ਖੋਟ ਨਿਕਲੀ ਆ ਖਾਲਸੇ ਚੋਂ, ਸ਼ੁੱਧ ਖਾਲਸਾ ਹੁਣ ਹੋਇਆ। ਉਹ ਖੁਦ ਖੋਟ ਕਹਿ ਰਿਹਾ ਆਪਣੇ ਨੂੰ। ਤੁਸੀਂ ਰੋਜ਼ ਕਮਿਸ਼ਨ ਤੁਹਾਨੂੰ ਸੁਣਾਉਂਦੇ ਨੇ, ਉਹ ਐਡਮਿਟ ਕਰਦਾ ਸਾਡੇ 'ਚ ਖੋਟ ਹੈ। ਤੁਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ, ਉਹ ਕਹਿੰਦਾ ਖੋਟ ਨਿਕਲੀ ਹੈ। ਖੋਟ ਵੀ ਕਹੀ ਜਾਂਦੇ ਹੋ, ਸ਼ਹੀਦ ਵੀ ਕਹੀ ਜਾਂਦੇ ਹੋ। ਖੋਟੇ ਦਾ ਸਿੱਟੀਏ ਬਾਰ-ਬਾਰ ਹੁੰਦਾ। ਸ਼ਹੀਦ ਦਰਗਾਹ ਜਾਂਦੇ ਨੇ। ਗੁਰਬਾਣੀ ਦੀ ਪੰਕਤੀ ਇਹ ਕਹਿੰਦੀ ਹੈ, ਜੇ ਤਾਂ ਉਹ ਖੋਟ ਕਹਿੰਦਾ ਨਿਕਲੀ ਹੈ ਤਾਂ ਉਹ ਝੂਠ ਹੈ। ਫਿਰ ਅਸੀਂ ਨਹੀਂ ਕਹੋ, ਅਸੀਂ ਕਹੋ ਗਲਤ ਕਹਿੰਦਾ, ਅਸੀਂ ਖੋਟ ਨਹੀਂ ਸੀ। ਅਸੀਂ ਉਹ ਵੀ ਗੱਲ ਬੜੀ ਸ਼ਾਨ ਨਾਲ ਕਹਿੰਦੇ ਖੋਟ ਨਿਕਲੀ ਹੈ। ਉਹਦੀ ਗੱਲ ਨੂੰ ਫੁੱਲ ਤਾਂ ਚੜ੍ਹਦੇ ਨੇ ਕਿ ਬਾਅਦ ਦੇ ਵਿੱਚ ਫੇਰ ਉਹ ਵੀ ਤਕੜੇ ਹੋ ਕੇ ਰਾਜ ਖੋਲਿਆ। ਜਿਹੜਾ ਰਾਜ ਪ੍ਰਬੰਧ ਦਾ ਝਗੜਾ ਹੈ, ਮਾਇਆ ਦਾ ਝਗੜਾ ਹੈ, ਇਹ ਖੋਟ ਪ੍ਰਧਾਨ ਹੈ। ਇਹ ਖੋਟ ਪ੍ਰਧਾਨ ਦਾ ਝਗੜਾ ਹੈ। ਗੁਰਮਤਿ ਨਾਲ ਦਾ ਕੋਈ ਸੰਬੰਧ ਨਹੀਂ। ਲੜਾਈਆਂ ਲੜੀਆਂ ਨੇ, ਛੇਵੇਂ ਪਾਤਸ਼ਾਹ ਨੇ ਵੀ ਲੜੀਆਂ ਨੇ, ਦਸਮ ਪਾਤਸ਼ਾਹ ਨੇ ਵੀ ਲੜੀਆਂ ਨੇ, ਪਰ ਉਹ ਲੜਾਈਆਂ ਨਹੀਂ ਲੜੀਆਂ ਜਿਹਨਾਂ ਵਾਸਤੇ ਉਹ ਲਿਖਦੇ ਨੇ। ਤਨ ਔਰ ਭੂਮ ਪੁਰਾਤਨ ਬੈਰਾ, ਦਸਮ ਗ੍ਰੰਥ ਬੋਲਦਾ ਹੁਣ ਮੈਂ, ਜਿਹਨੂੰ ਤੁਸੀਂ ਕਹਿੰਦੇ ਹੋ ਰਿਜੈਕਟ ਕੀਤਾ ਹੈ ਵਿਦਵਾਨਾਂ ਦਾ। ਤਨ ਔਰ ਭੂਮ ਪੁਰਾਤਨ ਬੈਰਾ, ਤਾਕਾ ਬੂਆ ਜਗਤ ਕਰ ਘੇਰਾ। ਸੰਸਾਰ ਦੀ ਲੜਾਈ ਹੈ। ਜਗਤ ਧਨ ਔਰ ਭੂਮ ਦੇ ਘੇਰਾ ਕਰਦਾ ਕਰਦਾ ਸਾਰਾ ਮਰੀ ਜਾਂਦਾ ਹੈ, ਉਹ ਮਰ ਜਾਂਦਾ ਹੈ। ਜਿਹੜੇ ਅਮਰ ਨੇ ਉਹ ਧਨ ਔਰ ਭੂਮ ਦੀ ਲੜਾਈ ਉਹ ਨਹੀਂ ਹੁੰਦੀ ਉਹਨਾਂ ਦੀ। ਜਿਹੜੀ ਧਨ ਔਰ ਭੂਮ ਦੀ ਲੜਾਈ ਹੈ, ਇਹ ਨਾ ਗੁਰੂਆਂ ਦੀ ਰਹੀ ਹੈ, ਨਾ ਖਾਲਸੇ ਦੀ ਰਹੀ ਹੈ, ਨਾ ਕਹਾਂ ਨੂੰ ਰਹੂਗੀ। ਜਿਹਦੀ ਇਹ ਲੜਾਈ ਹੈ ਧਨ ਔਰ ਭੂਮ ਦੀ, ਉਹ ਤਾਂ ਮਨਮੁਖ ਹੈ। ਜੇ ਆਪਣੇ ਆਪ ਨੂੰ ਉਹ ਸਿੱਖ ਸਮਝਦਾ ਤਾਂ ਸਿੱਖੀ ਦਾ ਕਲੰਕ ਹੈ। ਉਹ ਸਿੱਖੀ ਨੂੰ ਕਲੰਕਿਤ ਕਰ ਰਹੇ ਨੇ ਉਹ ਲੋਕ, ਜੇ ਉਹ ਸਮਝਦੇ ਨੇ। ਸਾਡੇ ਕੋਲ ਪੰਕਤੀਆਂ ਮੌਜੂਦ ਪਈਆਂ ਨੇ, ਅਸੀਂ ਇਤਿਹਾਸ ਨੂੰ ਇੱਕ ਪਾਸੇ ਛੱਡ ਦਿੱਤਾ। ਇਤਿਹਾਸ ਮਨਮੁਖਾਂ ਦਾ ਲਿਖਿਆ ਹੁੰਦਾ। ਜੋ ਸਾਡੇ ਜਿਹਨਾਂ ਨੂੰ ਅਸੀਂ ਗੁਰੂ ਮੰਨਦੇ ਹਾਂ, ਗ੍ਰੰਥਾਂ ਨੂੰ ਜਿਹਨਾਂ ਨੂੰ ਅਸੀਂ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਦੇਖੋ ਕੀ ਹੈ, ਗੁਰਬਾਣੀ ਦੇ ਵਿੱਚ ਇਹ ਦੇਖੋ ਕੀ ਹੈ, ਦਸ ਗ੍ਰੰਥ ਦੇਖੋ ਕੀ ਹੈ। ਉੱਥੋਂ ਸੇਧ ਲਓ ਜਿਹੜਾ ਉਹਨਾਂ ਦਾ ਆਪਣਾ ਸਾਨੂੰ ਸੇਧ ਦਿੱਤੀ ਹੋਈ ਹੈ। ਤਨ ਔਰ ਭੂਮ ਦੀ ਲੜਾਈ ਨਹੀਂ ਹੈ, ਇਹ ਸੰਸਾਰ ਦੀ ਲੜਾਈ ਹੈ। ਤਨ ਔਰ ਭੂਮ ਤਾਂ ਇੱਥੇ ਰਹਿਣਾ। ਧਨ ਦਾਰਾ ਸੰਪਤੀ ਸਗਲ, ਆਦ ਲੈ ਲਓ ਨਾ, ਇਹਦੇ ਨਾਲ ਮਿਲਾ ਦਿੰਦੇ ਆਦ ਵਾਲੀ ਪੰਕਤੀ। ਇਹ ਤਾਂ ਦਸਮ ਦੀ ਹੈ, ਤੁਸੀਂ ਮੰਨਦੇ ਨਹੀਂ। ਆਦ ਵਾਲੀ ਬਣਾ ਦਿੰਦੇ ਹੁਣ, ਇਹਦੇ ਨਾਲ ਮਿਲਾ ਕੇ ਦੇਖ ਲੈਂਦੇ ਹਾਂ ਵੀ ਇਹਨੂੰ ਸਰਟੀਫਾਈ ਕਰਦੀ ਹੈ, ਇਹਦੇ ਖਿਲਾਫ ਖੜਿਆ ਆਦਿ ਗੁਰੂ ਗ੍ਰੰਥ ਸਾਹਿਬ, ਇਹਨੂੰ ਸਪੋਰਟ ਕਰ ਰਿਹਾ ਹੈ। ਧਨ ਦਾਰਾ ਸੰਪਤੀ ਸਗਲ ਸੰਪਤੀ, ਜ਼ਮੀਨ ਧਨ ਧਨ ਔਰ ਭੂਮ, ਸੰਪਤੀ ਭੂਮ ਆ ਗਈ। ਜਿਨ ਆਪਣੀ ਕਰਮਾਨ, ਉਹ ਤਾਂ ਕਿਹਾ ਵੀ ਤੂੰ ਆਪਣੀ ਮੰਨ ਰਿਹਾ ਇਹਨੂੰ, ਇਹਦੇ ਖਾਤਰ ਲੜਾਈ ਛੱਡ ਦੇ, ਇਹ ਤੇਰੀ ਹੈ ਹੀ ਨਹੀਂ। ਅਸੀਂ ਕਿਵੇਂ ਮੰਨ ਲਈ?
ਅਸੀਂ ਕਿਹੜੀ ਹੋਮਲੈਂਡ ਦੀ ਲੜਾਈ ਲੜ ਰਹੇ ਹਾਂ? ਖਾਲਸੇ ਦੀ ਹੋਮਲੈਂਡ, ਖਾਲਸੇ ਦਾ ਹਿਰਦਾ, ਜਿੱਥੇ ਜਨ ਪਦਾਰਥ ਮਿਲਣਾ। ਇਹ ਸਭ ਸੰਸਾਰੀ ਆਦਮੀ ਨੇ, ਇਹ ਸੰਸਾਰੀ ਧਰਮ ਨਹੀਂ ਹੈ, ਨਿਰਾਕਾਰੀ ਧਰਮ ਹੈ। ਇਹ ਅਰਥ ਵਿਗਾੜ, ਇਹਦੇ ਅਰਥ ਵਿਗੜ ਨਹੀਂ ਦੇਣੇ, ਜਿਹੜੇ ਵਿਗਾੜੇ ਨੇ ਠੀਕ ਕਰ ਲੈਣੇ ਨੇ ਅਸੀਂ। ਸਰੀਰਕ ਜਨਮ ਨੂੰ ਗੁਰਬਾਣੀ ਜਨਮ ਬੰਦੀ ਹੋਣੀ ਹੈ। ਖਾਲਸੇ ਦੀ ਹੋਮਲੈਂਡ ਕਿਉਂ ਹੈ ਇਹ? ਕਬੀਰ ਕਿੱਥੇ ਪੈਦਾ ਹੋਇਆ? ਕਬੀਰ ਖਾਲਸਾ। ਮੈਂ ਉਦੋਂ ਕਹਿਤਾ ਸੀ ਨਾ ਮੂਰਖ ਸੀ ਉਹ, ਡੀਸੀ ਕਪੂਰ ਸਿੰਘ। ਮੈਂ ਦੱਸਣ ਲੱਗਿਆ ਕਿਉਂ ਮੂਰਖ ਸੀ। ਖਾਲਸਾ ਪਹਿਲਾਂ ਲਫ਼ਜ਼ ਕਬੀਰ ਨੇ ਵਰਤਿਆ ਬਾਣੀ 'ਚ ਆਪਣੀ। ਕਬੀਰ ਇੱਥੇ ਜੰਮੇ ਨਹੀਂ ਪੰਜਾਬ 'ਚ, ਉੱਥੋਂ ਸ਼ੁਰੂ ਹੋਇਆ ਖਾਲਸਾ। ਉਹ ਖਾਲਸਾ ਸੀ ਕਬੀਰ। ਸਾਰੇ ਭਗਤ ਖਾਲਸੇ ਨੇ। ਖਾਲਸਾ ਜਿਹੜਾ ਹੈਗਾ ਕਾਲ, ਇਹ ਠੀਕ ਹੈ ਜੜ ਜ਼ਿਆਦਾ ਇੱਥੇ ਫੜੀ ਹੈ ਪੰਜਾਬ 'ਚ, ਇਹਦੇ 'ਚ ਕੋਈ ਸ਼ੱਕ ਨਹੀਂ। ਲੜਾਈ ਇੱਥੇ ਲੜੀ ਗਈ ਹੈ। ਧਰਮ ਦੀ ਜੜ, ਧਰਮ ਦਾ ਜਿਹੜਾ ਵਿਰਸਾ ਹੈ ਉਹਦੀ ਜੜੇ ਪੰਜਾਬ 'ਚ ਹੈ, ਪਹਿਲਾਂ ਤੋਂ ਹੀ ਲੈ ਕੇ ਪੰਜਾਬ 'ਚ ਹੈ ਜੜ। ਰਾਮਾਇਣ ਜੋ ਵਾਪਰੀ ਹੈ ਸਭ ਤੋਂ ਪਹਿਲੀ ਉਹ ਅੰਮ੍ਰਿਤਸਰ ਲਿਖੀ ਗਈ ਹੈ। ਗੀਤਾ ਲਿਖੀ ਗਈ ਹੈ ਉਹ ਆਪੋਹੇ ਲਿਖੀ ਗਈ ਹੈ। ਕੁਲਛੇਤਰ ਲਿਖੀ ਗਈ ਹੈ ਵੀ ਪੰਜਾਬ ਸੀ, ਪੁਰਾਣਾ ਪੰਜਾਬ ਹੈ। ਗੁਰਬਾਣੀ ਲਿਖੀ ਗਈ ਹੈ, ਇਹ ਵੀ ਲਿਖੀ ਗਈ ਇੱਥੇ, ਪਰ ਗੁਰਬਾਣੀ ਇਹ ਤੋਂ ਬਾਹਰ ਵੀ ਲਿਖੀ ਗਈ ਹੈ। ਗੁਰਬਾਣੀ ਦਾ ਪਹਿਲਾ ਸੈਂਟਰ ਮਗਹਰ ਹੈ, ਇੱਥੇ ਹੈ ਹੀ ਨਹੀਂ ਪੰਜਾਬ 'ਚ, ਜਿੱਥੋਂ ਕਬੀਰ ਨੂੰ ਗਿਆਨ ਹੋਇਆ। ਤੁਸੀਂ ਨਹੀਂ ਮੰਨ ਸਕਦੇ ਗਾ, ਸੈਂਟਰ ਉੱਥੇ ਹੈ। ਪਰ ਵੇਦ ਪੰਜਾਬ 'ਚ ਲਿਖੇ ਗਏ ਨੇ। ਵੇਦਾਂ ਦਾ ਜ਼ਿਆਦਾ ਹਿੱਸਾ ਹਿਮਾਚਲ ਨੂੰ ਦੇਵ ਭੂਮੀ ਕਹਿੰਦੇ ਨੇ। ਕੁੱਲ ਮਿਲਾ ਕੇ ਜੜ ਇੱਥੇ ਪੰਜਾਬ 'ਚ ਹੈ। ਸਾਰੇ ਮੰਨਦੇ ਨੇ ਇਸ ਗੱਲ ਨੂੰ, ਪਰ ਬਿਰਛ ਤਾਂ ਦੂਰ ਤੱਕ ਫੈਲਿਆ ਹੋਇਆ, ਛਾਂ ਤਾਂ ਦੂਰ ਤੱਕ ਹੈ। ਫਿਰ ਇਹ ਤਾਂ ਸਾਰੇ ਛਾਉਂਦੇ ਰਹੇ ਬਿਰਛ, ਧਰਮ ਤਾਂ ਇੱਕੋ ਹੀ ਹੈ। ਅਨੰਤ ਡਾਰ ਸ਼ਾਖ, ਜਿੱਥੇ ਤੱਕ ਜੇ ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਜਿੱਥੇ ਤੱਕ ਅਕਾਲ ਪੁਰਖ ਦਾ ਰਾਜ ਹੈ, ਜਿੱਥੇ ਤੱਕ ਅਕਾਲ ਪੁਰਖ ਦਾ ਹੁਕਮ ਚੱਲਦਾ ਹੈ, ਉੱਥੇ ਤੱਕ ਖਾਲਸੇ ਦੀ ਹੋਮਲੈਂਡ ਹੈ। ਉੱਥੇ ਤੱਕ ਸਾਨੂੰ ਕੋਈ ਨਹੀਂ ਰੋਕ ਸਕਦਾ ਐਂਟਰੀ ਤੋਂ। ਜਿੱਥੇ ਤੱਕ ਹਿੰਦੁਸਤਾਨ ਦਾ ਰਾਜ ਹੈ, ਉੱਥੇ ਤੱਕ ਹਿੰਦੁਸਤਾਨ ਦੀ ਫੌਜ ਨੂੰ ਕੋਈ ਨਹੀਂ ਰੋਕ ਸਕਦਾ। ਰੁਕੂਗਾ ਕੋਈ? ਕਿਹੜੇ ਗਰਾਊਂਡ ਨਾਲ ਕਹਿੰਦੇ ਨੇ ਹੋਮਲੈਂਡ ਹੈ ਸਿੱਖ? ਇਹ ਆਪਣੇ ਰਾਜ ਦੀ ਗੱਲ ਕਰਦੇ ਨੇ, ਇਹਨਾਂ ਦੀ ਬੁੱਧੀ ਹੈ ਸੀਮਤ। ਇਹ ਆਪਣੇ ਨਾਲ ਗੁਰਬਾਣੀ ਨੂੰ ਆਪਣੇ ਕੁਝੇ 'ਚ ਬੰਦ ਕਰਦੇ ਨੇ। ਖਾਲਿਸਤਾਨ ਚਾਹੀਦਾ। ਗਾਹਾਂ ਕਿਵੇਂ ਫੈਲੂ ਧਰਮ ਤੁਹਾਡਾ ਪਿਓ? ਇਹ ਤੁਸੀਂ ਤਾਂ ਇਹਨੂੰ ਬੰਦ ਕਰ ਦਿਓ ਫੈਲਣ। ਫੈਲੂ ਕਿਵੇਂ? ਉਹ ਕਹਿੰਦਾ ਸਾਰੇ ਸੰਸਾਰ ਚਲਿਆ ਜਾਵੇ। ਸੀਮਾ ਤੁਸੀਂ ਨੇੜੇ ਬਣਾਉ ਰਹੇ ਹੋ ਇਹਦੀ। ਗੱਲਾਂ ਖਾਲਿਸਤਾਨ ਦੀਆਂ, ਗੱਲਾਂ ਖਾਲਿਸਤਾਨ ਦੀਆਂ ਕਰਦੇ ਹੋ। ਆਖਰ ਕਰਦੇ ਕੀ? ਬਲੈਕਮੇਲ ਕਰਦੇ ਹੋ। ਬੁੱਧੀਹੀਨ ਹੋ। ਬੁੱਧੀਹੀਨਾਂ ਦਾ ਧਰਮ ਨਹੀਂ ਹੈ, ਤੇ ਬੁੱਧੀਵਾਨਾਂ ਦਾ ਧਰਮ ਹੈ। ਬੁੱਧੀਵਾਨ ਇਹਦਾ ਪ੍ਰਚਾਰ ਕਰਨਗੇ। ਬੁੱਧੀਵਾਨ ਇਹਨੂੰ ਫੈਲਾ ਸਕਦੇ ਨੇ। ਜਿਹਨੂੰ ਮਾਇਆ ਦੀ ਭੁੱਖ ਹੈ, ਜਿਹਨੂੰ ਰਾਜ ਦੀ ਭੁੱਖ ਹੈ। ਜਿਹੜਾ ਸਿਆਸਤਦਾਨ ਹੈ ਪਹਿਲਾਂ ਤਾਂ ਬੇਈਮਾਨ ਹੁੰਦਾ, ਦੂਜਾ ਉੱਥੇ ਸਵਾਰਥ ਹੁੰਦਾ। ਜਿੱਥੇ ਰਾਜ ਉੱਥੇ ਪਹਿਲਾਂ ਸਵਾਰਥ ਹੈ, ਪਰ ਇਹਦਾ ਪਰਮਾਰਥ ਹੈ। ਧਰਮ ਪਰਮਾਰਥ ਹੈ, ਸੰਸਾਰ ਸਵਾਰਥ ਹੈ। ਰਾਜ ਦੀ ਭੁੱਖ, ਮਾਇਆ ਦੀ ਭੁੱਖ ਸਵਾਰਥ ਹੈ। ਸਵਾਰਥ ਔਰ ਪਰਮਾਰਥ ਇਕੱਠੇ ਰਹਿੰਦੇ ਹੀ ਨਹੀਂ। ਸਵਾਰਥ ਛੱਡ ਕੇ ਹੀ ਪਰਮਾਰਥ ਦਾ ਪੱਲਾ ਪਕੜਿਆ ਜਾ ਸਕਦਾ ਹੈ। ਆਪਣੀ ਮਰਜ਼ੀ ਛੱਡਣਾ ਸੰਸਾਰ ਦੇ ਵਿੱਚ, ਸਵਾਰਥ ਦਾ ਪੱਲਾ ਛੱਡਣਾ ਹੈ, ਹੋਰ ਕੁਛ ਨਹੀਂ। ਆਪਣੀ ਮਰਜ਼ੀ ਸਵਾਰਥ ਨਾਲ ਜੁੜੀ ਹੋਈ ਹੈ ਸਾਡੇ ਨਾਲ। ਹੁਣ ਇੱਕ ਸਟੈਪ ਗਾਂਹ ਚਲਿਆ ਗਿਆ ਮੈਂ। ਜਿੰਨਾ ਸਾਡਾ ਸਵਾਰਥ ਹੈ ਉਹ ਜੋ ਮਰਜ਼ੀ ਪੈਦਾ ਹੁੰਦੀ ਹੈ ਸਾਡੀ। ਵਿਚਾਰ ਕੇ ਦੇਖੋ ਇਸ ਗੱਲ ਨੂੰ। ਹਰ ਮਰਜ਼ੀ ਵਿੱਚ ਸਾਡਾ ਸਵਾਰਥ ਹੈ। ਇਸ ਕਰਕੇ ਪਰਮਾਰਥ ਉੱਥੇ ਹੋ ਹੀ ਨਹੀਂ ਸਕਦਾ ਜਿੱਥੇ ਸਵਾਰਥ ਹੈ। ਜਿੱਥੇ ਮਰਜ਼ੀ ਹੈ ਉੱਥੇ ਹੋ ਹੀ ਨਹੀਂ ਸਕਦਾ। ਧਰਮ ਉੱਥੇ ਗਾਇਬ ਹੈ। ਉੱਥੇ ਧਰਮ, ਜਿੱਥੇ ਤੱਕ ਸਵਾਰਥ ਹੈ ਉੱਥੇ ਤੱਕ ਧਰਮ ਗਾਇਬ ਹੈ।
ਇਹ ਸਾਡੇ ਵਾਲਾ ਧਰਮ ਗਾਇਬ ਹੈ। ਜਿਹੜਾ ਦੋ ਧਰਮ ਹੈ ਉਹ ਦੂਆ ਧਰਮ ਹੈ। ਉਹ ਮੁਸਲਮਾਨਾਂ ਵਾਲਾ ਹੋ ਸਕਦਾ, ਹਿੰਦੂਆਂ ਵਾਲਾ ਹੋ ਸਕਦਾ, ਈਸਾਈਆਂ ਵਾਲਾ ਹੋ ਸਕਦਾ। ਉਹ ਡੁਪਲੀਕੇਟ ਧਰਮ ਹੋ ਸਕਦਾ, ਸੱਚਾ ਧਰਮ ਨਹੀਂ ਹੋ ਸਕਦਾ, ਝੂਠਾ ਧਰਮ ਹੋ ਸਕਦਾ। ਇਹ ਨਹੀਂ ਹੋ ਸਕਦਾ। ਇਹਦੇ ਵਿੱਚ ਸਵਾਰਥ ਵਾਸਤੇ, ਸਵਾਰਥੀ ਵਾਸਤੇ ਕੋਈ ਜਗ੍ਹਾ ਨਹੀਂ। ਸਵਾਰਥੀ ਦੀ ਨਿੰਦਿਆ ਕੀਤੀ ਹੋਈ ਹੈ ਇਹਦੇ ਵਿੱਚ। ਤਪਾ ਨਹੀਂ, ਲੋਭੀ ਹੈ। ਜੇ ਲੋਭੀ ਹੈ ਤਾਂ ਤਪਾ ਨਹੀਂ, ਜੇ ਤਪਾ ਹੈ ਤਾਂ ਲੋਭੀ ਨਹੀਂ। ਤੁਸੀਂ ਕਿਸੇ ਗੱਲੋਂ ਦੱਸੋ ਵੀ ਇਹ ਕਿਸ ਗੱਲੋਂ ਅਸੀਂ ਠੀਕ ਹਾਂ ਸਿੱਖ, ਕਿਸ ਐਂਗਲ ਤੋਂ ਅਸੀਂ ਸਿੱਖੀ ਤੇ ਖੜੇ ਹਾਂ, ਕਿਸ ਪੱਖ ਤੋਂ ਅਸੀਂ ਸਿੱਖ ਹਾਂ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ, ਗੱਲੀ ਬਾਤੀ ਚੰਗੀਆਂ, ਆਚਾਰੀ ਬੁਰੀਆਂ। ਆਚਾਰਨ ਸਿੱਖੀ ਤੋਂ ਖਿਲਾਫ ਹੈ, ਗੱਲਾਂ ਬਾਤਾਂ ਸਾਰੀਆਂ ਸਿੱਖੀ ਵਾਲੀਆਂ ਨੇ। ਜੋ ਕੁਝ ਕਿਹਾ ਹੋਇਆ ਸੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਉਹ ਅਸੀਂ ਬੜੇ ਹੋਏ ਹਾਂ। ਉਹ ਸਾਡੇ ਤੇ ਲਾਗੂ ਨੇ। ਅਸੀਂ ਹੁਣ ਲੋਕਾਂ ਨੂੰ ਨਹੀਂ ਕਹਿਣੀਆਂ ਇਹ ਗੱਲਾਂ। ਉਦੋਂ ਉਹਨਾਂ ਧਰਮ ਵਾਲਿਆਂ ਨੂੰ ਗੱਲਾਂ ਕਹਿੰਦੇ ਸੀ। ਅੱਜ ਉਹ ਸਾਰਾ ਗੰਦ, ਕਿਉਂਕਿ ਸਾਡਾ ਅੱਜ ਧਰਮ ਇੱਕ ਕੰਪਲੀਟ ਧਰਮ ਹੋ ਗਿਆ ਨਾ, ਇੱਕ ਪੰਥ ਹੋ ਗਿਆ ਨਾ ਪੂਰਾ ਚਲਾਇਆ ਹੋਇਆ। ਅੱਜ ਅਸੀਂ ਆਪਣਾ ਵਿਹੜਾ ਸਾਫ਼ ਕਰਨਾ, ਆਪਣਾ ਮਨ ਸਾਫ਼ ਕਰਨਾ, ਆਪਣਾ ਅੰਦਰ ਸਾਫ਼ ਕਰਨਾ, ਲੋਕਾਂ ਨੂੰ ਨਹੀਂ ਕਹਿਣਾ। ਕਿਉਂਕਿ ਜੇ ਸਾਫ਼ ਕਰ ਲਾਂਗੇ ਤਾਂ ਅਸੀਂ ਲੋਕਾਂ ਨੂੰ ਲੀਡ ਕਰ ਸਕਦੇ ਹਾਂ। ਤਾਂ ਇਹ ਲੀਡਰ ਮਤਲਬ ਲੀਡ ਅਸੀਂ ਕਰਨਾ, ਲੀਡ ਕੁਛ ਨਹੀਂ ਕਰਨਾ, ਅਸੀਂ ਦੱਸਣਾ ਹੀ ਹੈ। ਰਾਹ ਦਿਖਾ ਸਕਦੇ ਹਾਂ, ਇਹ ਕਹਿ ਲਓ, ਦੱਸ ਸਕਦੇ ਹਾਂ, ਦਿਖਾ ਸਕਦੇ ਹਾਂ। ਚੱਲਣਾ ਨਾ ਚੱਲਣਾ ਚੱਲਣ ਵਾਲਿਆਂ ਦੀ ਮਰਜ਼ੀ ਹੁੰਦੀ ਹੈ। ਗੁਰੂਆਂ ਨੇ ਰਾਹ ਦੱਸਿਆ, ਭਗਤਾਂ ਨੇ ਰਾਹ ਦੱਸਿਆ ਔਰ ਦਿਖਾਇਆ ਹੈ। ਚੱਲਣਾ ਨਾ ਚੱਲਣਾ ਉਹਦੀ ਮਰਜ਼ੀ, ਚੱਲਣ ਵਾਲੇ ਦੀ। ਹੁਣ ਅੱਜ ਕਹਿ ਰਹੇ ਨੇ ਵੀ ਸਾਨੂੰ ਪਤਾ ਨਹੀਂ ਰਾਹ, ਦੱਸੋ ਕੀ ਹੈ, ਦਿਖਾਓ ਕੀ ਹੈ। ਜੇ ਅਸੀਂ ਨਹੀਂ ਦਿਖਾਉਂਦੇ, ਨਹੀਂ ਦੱਸਦੇ ਤਾਂ ਕਸੂਰ ਸਾਡਾ ਹੈ। ਜਿਹੜੇ ਸਾਰੇ ਵਿਸ਼ਵ ਸੰਮੇਲਨ ਹੁੰਦੇ ਧਰਮ ਦੇ, ਉਹ ਕਾਹਦੇ ਵਾਸਤੇ ਹੁੰਦੇ ਨੇ? ਇਸੇ ਵਾਸਤੇ ਹੁੰਦੇ ਨੇ। ਉੱਥੇ ਗੱਲਾਂ ਕਿਹੜੀਆਂ ਕਰਦੇ ਨੇ? ਅਮਨਜੀਤ ਸਿੰਘ ਨੂੰ ਭੇਜ ਦਿੰਦੇ ਨੇ। ਇਹਨੂੰ ਕੀ ਪਤਾ ਕੀ ਹੈ ਗੱਲ? ਸਾਡਾ ਜੀ ਸਰਬੱਤ ਦਾ ਭਲਾ, ਠੀਕ ਹੈ, ਲਿਖਿਆ ਹੋਇਆ। ਤੁਸੀਂ ਸਰਬੱਤ ਦਾ ਭਲਾ ਕਦੇ ਸੋਚਿਆ? ਸਰਬੱਤ ਦਾ ਭਲਾ ਕਿਵੇਂ ਤੁਸੀਂ ਕਰ ਦੋਗੇ? ਆਪਣਾ ਹੀ ਕਰ ਲਓ। ਆਪਣਾ ਭਲਾ ਨਹੀਂ ਜਿਹੜਾ ਕਰ ਸਕਦਾ, ਸੋਚ ਸਕਦਾ। ਆਪਣੇ ਭਲੇ ਵਾਸਤੇ ਨਹੀਂ ਕੁਝ ਕਰ ਰਿਹਾ, ਦੂਏ ਦਾ ਭਲਾ ਕਿੱਥੋਂ ਕਰ ਦੂ? ਇਹ ਨਹੀਂ ਅਰਥ ਸਰਬੱਤ ਦਾ ਭਲੇ ਦੇ। ਸਰਬੱਤ ਦੇ ਭਲੇ ਦੇ ਵੀ ਅਰਥ ਉਲਟ ਰਹੀ ਬੈਠੇ। ਪੂਰੀ ਭਗਤੀ ਪੜੋ ਕੀ ਤੇਰੇ ਭਾਣੇ ਸਰਬੱਤ ਦਾ ਭਲਾ। ਉਹਦੇ ਪਾਣੀ ਜਿਲੇ ਤੇ ਸਾਰਿਆਂ ਦਾ ਭਲਾ ਹੀ ਭਲਾ ਹੈ। ਜਿਹੜਾ ਪਾਣੀ ਚੱਲੂ ਉਹਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਜਿਹੜਾ ਨਾਨਕ ਨੇ ਦੱਸਿਆ ਨਾਮ ਹੈ ਨਾ, ਉਹਦੇ ਨਾਲ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਹੁੰਦੀ ਹੈ ਉਹਦੇ ਨਾਲ ਬੁੱਧੀ ਉੱਪਰ ਤੇ ਉੱਪਰ ਜਾਈ ਜਾਂਦੀ ਹੈ। ਰੋਜ਼ ਬੁੱਧੀ ਦਾ ਬਲ ਵੱਧਦਾ ਰਹਿੰਦਾ। ਚੜ੍ਹਦੀ ਕਲਾ ਦਾ ਮਤਲਬ ਹੈ ਬੁੱਧ ਬਲ ਸਟਰੋਂਗ ਹੁੰਦਾ ਰਹਿੰਦਾ। ਰੋਜ਼ ਨਵੀਂ ਕਲਾ ਹੁੰਦੀ ਹੈ, ਸ਼ਕਤੀ। ਬੁੱਧ ਦਾ ਬਲ ਰੋਜ਼ ਵੱਧਦਾ ਹੈ ਉਹਦੇ ਨਾਲ। ਲੰਬੀ ਨਜ਼ਰ ਦੂਰ ਤੱਕ ਹੁੰਦੀ ਜਾਂਦੀ ਹੈ, ਲੰਬੀ ਸੋਚ ਹੁੰਦੀ ਜਾਂਦੀ ਹੈ ਉਹਦੇ ਨਾਲ। ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਤਾਂ ਹੋ ਸਕਦਾ ਹੈ, ਔਰ ਤੇਰਾ ਭਾਣਾ ਸਰਬੱਤ ਦਾ ਭਲਾ ਹੀ ਹੈ ਕਰਦਾ। ਇਹ ਵੀ ਜਿਹੜਾ ਤੇਰਾ ਹੁਕਮ ਹੈ ਸਾਰਿਆਂ ਦੇ ਭਲੇ ਵਾਸਤੇ ਹੈ। ਉਸਤੇ ਹੋਏ ਨਹੀਂ ਕੁਛ ਔਰ ਇਹ ਕਹੋ ਕਿ ਨਾ ਕੁਛ ਕਰੋ। ਅਰਥ ਤਾਂ ਆ ਬਣਦਾ ਇਹਦਾ। ਖਬਰ ਹੈ ਤੁਸੀਂ ਕੀ ਅਰਥ ਬਣਾਈ ਬੈਠੇ ਹੋ? ਤੁਸੀਂ ਭਲਾ ਕਿਵੇਂ ਕਰਦੇ ਹੋ, ਕਿਵੇਂ ਸੋਚਦੇ ਹੋ? ਇਹ ਸੱਚਖੰਡ ਦੀ ਗੱਲ ਹੈ। ਤੁਸੀਂ ਸੋਚਦੇ ਹੋਏ ਤੁਸੀਂ ਖੜੇ ਹੋ ਤੇ ਖਿਲਾਫ ਸਰੀਰ ਬਣਦੇ ਨੇ। ਪ੍ਰੈਕਟੀਕਲੀ ਤੁਸੀਂ ਤਾਂ ਖਿਲਾਫ ਖੜੇ ਹੋਏ ਤੇ। ਕਿਹੜਾ ਸਰਬੱਤ ਦਾ ਭਲਾ ਕੀਤਾ ਤੁਸੀਂ? ਮੈਨੂੰ ਇਹ ਦੱਸੋ। ਜਿੰਨਾ ਚਿਰ ਭਾਣਾ ਮੰਨਣ ਦੀ ਗੱਲ, ਖੁਦ ਭਾਣਾ ਨਹੀਂ ਮੰਨਦੇ। ਜਿਹੜਾ ਆਪਣਾ ਭਲਾ ਨਹੀਂ ਸੋਚਦਾ, ਆਪਣਾ ਭਲਾ ਨਹੀਂ ਕਰ ਸਕਦਾ, ਦੂਸਰੇ ਦਾ ਕਿਵੇਂ ਕਰਦਾ? ਅਸੀਂ ਦੂਸਰੇ ਦਾ ਭਲਾ ਕਿਵੇਂ ਕਰਦਾ? ਪਰਮੇਸ਼ਰ ਇਹ ਕਰ ਸਕਦਾ ਭਲਾ ਸਭ ਦਾ, ਅਸੀਂ ਨਹੀਂ ਕਰ ਸਕਦੇ।
ਅਸੀਂ ਤਾਂ ਆਪਣਾ ਭਲਾ ਕਰ ਸਕਦੇ ਹਾਂ ਜੇ ਕਰਨਾ ਹੋਵੇ, ਉਹ ਵੀ ਭਾਣੇ 'ਚ ਰਹਿ ਕੇ ਹੋਊਗਾ, ਵੈਸੇ ਨਹੀਂ ਹੋਣਾ। ਹੁਕਮ 'ਚ ਰਹਿ ਕੇ ਹੋਊਗਾ, ਗੁਰਬਾਣੀ ਅਨੁਸਾਰ ਜੀਵਨ ਢਾਲੇ 'ਤੇ ਹੋਊਗਾ, ਵਰਨਾ ਨਹੀਂ ਹੋਣਾ। ਜੇ ਅਸੀਂ ਸੋਚੀਏ ਜ਼ਿਆਦਾ ਅਮੀਰ ਹੋ ਕੇ ਪੰਜਾਬ ਨੂੰ ਸਵਿਟਜ਼ਰਲੈਂਡ ਬਣਾ ਕੇ, ਉਹਨਾਂ ਨੂੰ ਪੁੱਛ ਲਓ ਸਵਿਟਜ਼ਰਲੈਂਡ ਵਾਲਿਆਂ ਨੂੰ ਵੀ ਤੁਹਾਡਾ ਕਿੰਨਾ ਹਾਲ ਚੰਗਾ ਹੈ। ਉਹ ਸਿੱਖ ਬਣ ਨੂੰ ਫਿਰਦੇ ਨੇ, ਤੁਸੀਂ ਈਸਾਈ ਬਣ ਨੂੰ ਫਿਰਦੇ ਹੋ। ਉਹਨਾਂ ਨੂੰ ਸਿੱਖੀ ਦੀ ਲੋੜ ਕਿਉਂ ਪਈ ਹੈ? ਉਹਨਾਂ ਨੂੰ ਪੁੱਛ ਲਓ ਕੀ ਹਾਲ ਹੈ। ਵਿੱਚ ਲੈਣ ਵਾਲੇ ਅਮਰੀਕਾ ਵਾਲਿਆਂ ਨੂੰ ਪੁੱਛ ਲਓ ਕੀ ਹਾਲ ਹੈ ਤੁਹਾਡਾ। ਸਾਰੇ ਮੂਰਖ ਇਕੱਠੇ ਹੋਏ ਨੇ। ਮੂਰਖ ਨਹੀਂ, ਸ਼ੈਤਾਨ ਨੇ। ਲੋਕ ਲੋਭੀ ਨੇ, ਲੋਭ ਦਿਖਾ ਕੇ ਤੁਹਾਨੂੰ ਤਾਂ ਲੱਡੂ ਦਿਖਾਉਂਦੇ ਨੇ, ਖਾਣਾ ਉਹਨਾਂ ਨੇ ਆਪੇ। ਲੱਡੂ ਦਿਖਾਉਣੇ ਨੇ, ਪਬਲਿਕ ਨੂੰ ਖਾਣੇ ਆਪ ਨੇ। ਫਿਰ ਤਾਂ ਅੰਨਿਆਂ ਦੀ ਸੀਰ ਨਹੀਂ ਆਪਣਿਆਂ ਨੂੰ ਦੇਣੀ ਹੈ। ਦਿਖਾਏ ਨੇ ਲੱਡੂ, ਦਿਖਾਈ ਜਾਂਦੇ ਨੇ। ਅੱਗੇ ਬਥੇਰੇ ਦਿਖਾਏ ਨੇ, ਪਿਛਲੇ ਇਲੈਕਸ਼ਨ 'ਚ ਹੁਣ ਦਿਖਾਈ ਜਾ। ਹਰੇਕ ਇਲੈਕਸ਼ਨ ਸਾਰੇ ਐਵੇਂ ਹੀ ਕਰਦੇ ਨੇ। ਇਹ ਸਾਰੇ ਇੱਕੋ ਜਿਹੇ ਨੇ। ਥੋੜ੍ਹਾ ਬਹੁਤਾ ਫਰਕ ਹੁੰਦਾ, ਚਲੋ ਇੰਨਾ ਤਾਂ ਹੁੰਦਾ ਹੀ ਹੈ। ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਸਭ ਉਹਦੇ ਚਲਾਏ ਤੇ ਚੱਲਦਾ। ਜੋ ਅੱਜ ਦਾ ਹਾਲਤ ਹੈ ਸੰਸਾਰ ਦੀ ਕੀਤੀ, ਸਾਰੇ ਲਿਆਉਣੇ ਉਹਨੇ ਸੱਚ ਦੇ ਉੱਤੇ ਨੇ ਮੋੜ ਕੇ। ਜਦ ਮੌਤ ਦੀਦੀ ਹੈ ਸਾਰਿਆਂ ਨੂੰ, ਮੌਤ ਤੋਂ ਬਚਾਉਣ ਵਾਲਾ ਹੁਣ ਕੀ ਹੈ? ਅਮਰ ਕਿਵੇਂ ਹੋਵੇ? ਇੱਕ ਦੂਜੇ ਤੇ ਵਿਸ਼ਵਾਸ ਨਹੀਂ, ਅਮਰ ਹੋ ਜਾਊਗਾ। ਭਰੋਸਾ ਇੱਕ ਦੂਜੇ ਤੇ ਹੈ ਨਹੀਂ, ਅਮਰ ਕਿਵੇਂ ਹੋ ਜਾਊਗਾ? ਅਮਨ ਹੋ ਜਾਊਗਾ ਈਮਾਨ ਨਾਲ। ਜੇ ਈਮਾਨ ਹੈ ਤਾਂ ਅਮਨ ਹੈ, ਜੇ ਈਮਾਨ ਨਹੀਂ ਹੈ ਅਮਨ ਨਹੀਂ ਹੋਣਾ। ਬਸ ਸੰਸਾਰ ਈਮਾਨ ਤੇ ਆ ਜਾਵੇ, ਅਮਨ ਹੋ ਜਾਊਗਾ। ਜੇ ਸੰਸਾਰ ਨੇ ਬਚਣਾ ਈਮਾਨ ਤੇ ਆ ਜਾਵੇ। ਇਹ ਸਿੱਕੇ ਦੇ ਦੋ ਪਹਿਲੂ ਨੇ। ਈਮਾਨ ਉੱਤੇ ਆ ਜਾਊ, ਅਮਨ ਆਪੇ ਹੋ ਜੂ। ਜੇ ਈਮਾਨ ਤੋਂ ਦੂਆ ਪਾਸਾ ਆ ਗਿਆ, ਬੇਈਮਾਨ ਵਾਲਾ ਆ ਗਿਆ, ਤਾਂ ਬਦਅਮਨੀ ਨਹੀਂ ਹੋ ਜੂ। ਉਹੀ ਵੀ ਵਹੀ ਹੈ। ਈਮਾਨ ਨਹੀਂ ਹੈ, ਈਮਾਨ ਦੀ ਕਮੀ ਹੈ। ਈਮਾਨ ਕਿਹਦੇ ਤੇ ਲਿਆਉਣਾ? ਸਵਾਲ ਇਹ ਹੈ। ਈਮਾਨ ਲਿਆਉਣਾ ਹੁਕਮ ਤੇ, ਭਾਣੇ ਤੇ, ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹਦੇ ਤੇ। ਜੋ ਉਹ ਕਰਦਾ ਠੀਕ ਹੈ, ਸਾਰੇ ਹੁਕਮ ਮੰਨਣਗੇ, ਭਾਣੇ 'ਚ ਰਹਿਣਗੇ, ਸੱਚ ਦੇ ਰਾਹ ਤੇ ਚੱਲਣਗੇ। ਦੂਏ ਦਾ ਹੱਕ ਕੋਈ ਖਾਣ ਦੀ ਇੱਛਾ ਨਹੀਂ ਹੋਊ ਜਦੋਂ ਸਾਰਿਆਂ ਦੇ ਦਿਮਾਗ 'ਚ। ਚਲੋ ਜੇ ਰਹੂ ਵੀ ਸਾਰਿਆਂ ਦੇ, ਕਮ ਸੇ ਕਮ ਉਤਲੇ ਜਿਹੜੇ ਸਰਕਾਰਾਂ ਨੇ ਉਹ ਠੀਕ ਹੋ ਜਾਣ। ਜਥਾ ਰਾਜਾ ਤਥਾ ਪ੍ਰਜਾ। ਜੇ ਉਤਲੇ ਵੀ ਠੀਕ ਹੋ ਜਾਣ, ਥੱਲੇ ਵਾਲਿਆਂ ਨੂੰ ਡਾਂਗਰਾਂ ਕਰ ਲੈਂਦੇ ਹੁੰਦੇ ਨੇ, ਸਿੱਧੇ ਆਪੇ ਹੋ ਜਾਂਦੇ ਨੇ ਥੱਲੇ। ਪਰ ਉਤਲੇ ਹੀ ਬੇਈਮਾਨ ਨੇ। ਅਮਰੀਕਾ ਕਹਿੰਦਾ ਮੇਰਾ ਸਾਰੇ, ਮੇਰਾ ਚੱਲੇ ਹੁਕਮ। ਇਹ ਤਾਂ ਪਰਮੇਸ਼ਰ ਦੀ ਸ਼ਰੀਕਤ ਹੈ। ਤਾਂ ਗੁਰਬਾਣੀ ਤਾਂ ਇਹ ਕਹੂਗੀ, ਕਿਸੇ ਤੇ ਹੁਕਮ ਨਹੀਂ ਚਲਾਉਣਾ, ਸਾਰਿਆਂ ਨੂੰ ਹੁਕਮ 'ਚ ਰਹਿਣ ਦੀ ਹਦਾਇਤ ਕਰਨੀ ਹੈ। ਪਹਿਲਾਂ ਆਪ ਹੁਕਮ 'ਚ ਰਹੇ ਰਾਜਾ, ਪ੍ਰਜਾ ਨੂੰ ਤਾਂ ਕਹੇ। ਜਿਹੜਾ ਬੋਲਣ ਵਾਲਾ ਹੈ ਪਹਿਲਾਂ ਆਪ ਭਾਣੇ 'ਚ ਆਵੇ, ਬਾਅਦ 'ਚ ਕਹੇ, ਉਹਦਾ ਅਸਰੇ ਤਾਹੂ ਨਹੀਂ, ਉਹਦਾ ਅਸਰੇ ਨਹੀਂ ਹੋਣਾ। ਭਗਤਾਂ ਦਾ ਅਸਰ ਹੋ ਰਿਹਾ, ਨਾਨਕ ਦਾ ਅਸਰ ਹੋ ਰਿਹਾ, ਸਾਡਾ ਕਿਉਂ ਨਹੀਂ ਹੋ ਰਿਹਾ? ਅਸੀਂ ਜੋ ਕਹਿੰਦੇ ਆ ਉਹ ਆਪ ਹੁੰਦਾ ਨਹੀਂ। ਰੋਲ ਮਾਡਲ ਨਹੀਂ ਹੈ ਕੋਈ।
ਇਹਨੂੰ ਉਹਨਾਂ ਦੀ ਭਾਸ਼ਾ 'ਚ ਰੋਲ ਮਾਡਲ ਕਹਿੰਦੇ ਨੇ। ਕੋਈ ਸਾਡੇ ਕੋਲ ਰੋਲ ਮਾਡਲ ਚਾਹੀਦਾ ਸੀ, ਰੋਲ ਮਾਡਲ ਹੋਵੇ ਕੋਈ ਗੁਰਮੁਖ ਢੂੰਡਦੇ ਇਹ ਜੇ, ਕੋਈ ਉਹ ਦੱਸਦਾ ਦਵਾਈ ਕੀ ਹੈ। ਇਹ ਜਿਹੜੀਆਂ ਬਿਮਾਰੀਆਂ ਪੈਦਾ ਹੋ ਗਈਆਂ ਨਾ ਸੰਸਾਰ 'ਚ, ਜਿਹਨੂੰ ਸਾਰੇ ਸੰਸਾਰ ਨੂੰ ਆਪਣੇ ਗ੍ਰਿਫਤ 'ਚ ਲੈ ਲਿਆ, ਉਹਨਾਂ ਦੀ ਦਵਾਈ ਇੱਕੋ ਹੈ, ਐਸਾ दारू ਲੋੜ ਲਓ ਜੋ ਰੋਗਾਂ ਮੰਝੇ ਰੋਗਾਂ ਕਾ। ਸੰਸਾਰ ਰੋਗੀ ਨਾਮ दारू, ਨਾਮ ਲੱਭ ਲੋ ਕੀ ਹੈ, ਨਾਮ ਗੁਰਬਾਣੀ 'ਚ ਸਮਾਇਆ ਹੋਇਆ। ਇਹਨੂੰ ਰੜਕਣੋਂ ਮੰਥਨ ਕਰ ਲੋ, ਇਹੀ ਸਮੁੰਦਰ ਰੜਕਣਾ, ਹੋਰ ਸਮੁੰਦਰ ਕੁਛ ਨਹੀਂ ਸੀ ਹੈ ਰੜਕਣ। ਜਿਹੜਾ ਸਮੁੰਦਰ ਰੜਕਿਆ ਦਾ ਇਹੀ ਸਮੁੰਦਰ ਹੈ। ਇਸ ਮਟਕੀ ਵਿੱਚ ਸ਼ਬਦ ਸਜੋਈ, ਹਰ ਕਾ ਬਲੋਬਣਾ ਬਲੋਬ ਮੇਰੇ ਭਾਈ, ਸਹਿਜੇ ਬਲੋਵੋ ਜੈਸੇ ਤਤ ਨ ਜਾਈ। ਸਭ ਕੁਝ ਦੱਸਿਆ ਬੜੀ, ਪਰ ਅਸੀਂ ਕਾਹਲੀ ਬੜੀ ਕਰਦੇ ਬਲੋਣ ਲੱਗੇ। ਅਰਥ ਬੜੀ ਛੇਤੀ ਦੇ ਕੇ ਰੱਖ ਲੈਂਦੇ ਸਾਰੀ, ਵਿਚਾਰੀ ਨਹੀਂ ਬਾਣੀ। ਬਸ ਗੁਰਬਾਣੀ ਤੋਂ ਪੁੱਛਿਆ ਨਹੀਂ ਵੀ ਅਰਥ ਠੀਕ ਕਰ ਲੈ, ਅਸੀਂ ਅਰਥ ਗਲਤ ਕਰ ਲਏ। ਅਸੀਂ ਇੱਕ ਰਸਤਾ ਕੱਢ ਲਿਆ ਆਪਣੇ ਹਿਸਾਬ ਨਾਲ, ਆਪਣੀ ਮੱਤ ਨਾਲ, ਆਪਣੀ ਬੁੱਧੀ ਨਾਲ। ਗੁਰਮਤ ਨਾ ਰਹਿ ਕੇ ਮਨਮਤ ਬਣ ਗਈ। ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਪਾਸਾ ਤਾਂ ਆਪ ਢਾਲਦਾ। ਜੇ ਕੋਈ ਮਾਰਨ ਵਾਲਾ ਹੈ, ਉਹ ਮਾਰਦਾ ਨਹੀਂ ਹੈ, ਮਾਰਦਾ ਵੀ ਆਪੇ ਹੈ, ਪਰ ਉਹ ਦੀਦਾ ਉਹ ਮਾਰਦਾ ਹੈ। ਮਾਰਦਾ ਨਹੀਂ, ਅੱਗੇ ਪਿੱਛੇ ਹੀ ਕਰਦਾ। ਪਿਆਦੇ ਨੇ ਵਜ਼ੀਰ ਮਾਰਤਾ, ਜੇ ਚੱਕ ਕੇ ਤਾਂ ਉਹ ਉਹਦੇ ਸਿਰ ਤੇ ਮਾਰਿਆ ਤਾਂ ਹੀ ਮਰਿਆ। ਚੱਕਿਆ ਕੀ ਨੇ, ਹਲਾਇਆ ਕੀ ਨੇ ਉਹਨੂੰ, ਪਾਸਾ ਕਿਹਨੇ ਢਾਲਿਆ? ਪਾਸਾ ਕੀ ਨੇ ਢਾਲਿਆ। ਕਈ ਵਾਰ ਨਿਗਾਹ ਹੀ ਨਹੀਂ ਆਉਂਦੀ ਉਹਦੀ, ਉਹ ਕਹਿੰਦਾ ਲੈ ਬਚ ਗਿਆ ਵਜ਼ੀਰ, ਮੇਰਾ ਤਾਂ ਵਜ਼ੀਰ ਮਰਦਾ ਸੀ। ਉਹਦੀ ਸਮਝ ਨਹੀਂ ਆਇਆ। ਸਮਝਣ ਵਾਲਾ ਹੋਰ ਹੈ, ਹੱਥ ਉਹਦੇ ਚਲਾਏ ਤੇ ਚੱਲਦਾ ਹੈ। ਹੱਥ ਜਾਂ ਉਹਨੂੰ ਪਤਾ ਲੱਗਦਾ ਚਲਾਏ ਤੇ ਚੱਲਦਾ। ਉਹਨੇ ਬਚਣਾ ਸੀ, ਉਹਨੇ ਉਹਨੂੰ ਸਮਝਣ ਨਹੀਂ ਦਿੱਤਾ। ਇਹ ਖੇਡ ਹੈ, ਇਹ ਰਾਜਾ ਰਾਮ ਕੀ ਕਹਾਣੀ ਹੈ। यही राजा राम की कहानी।